ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਪਹਿਲਾਂ ਤਾਂ ਅਦਾਰਾ ਪੰਜਾਬੀ ਟ੍ਰਿਬਿਊਨ ਵੱਲੋਂ ਅਧਿਆਪਕ ਦਿਵਸ ਤੇ ਸਾਰੇ ਅਧਿਆਪਕਾਂ ਨੂੰ, ਵਿਦਿਆਰਥੀਆਂ ਨੂੰ ਤੇ ਹਰ ਕਿਸੇ ਨੂੰ ਜਿਹੜਾ ਹੈ ਅਧਿਆਪਕ ਦਿਵਸ ਦੀ ਬਹੁਤ-ਬਹੁਤ ਵਧਾਈਆਂ। ਤੇ ਅੱਜ ਅਸੀਂ ਗੱਲਬਾਤ ਵੀ ਕੁਝ ਇਸੇ ਤਰ੍ਹਾਂ ਦੇ ਮੁੱਦਿਆਂ 'ਤੇ ਕਰਾਂਗੇ ਕਿਉਂਕਿ ਅਧਿਆਪਕ ਦਿਵਸ 'ਤੇ ਪਹਿਲਾਂ ਤਾਂ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ ਨੇ ਤੇ ਉਹਨਾਂ ਐਲਾਨਾਂ ਤੋਂ ਪਹਿਲਾਂ ਜਿਹੜਾ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕੁਝ ਅਜਿਹੇ ਮੁੱਦਿਆਂ ਤੋਂ ਕਰਾਂਗੇ ਜਿਹੜੇ ਕਿ ਮੁੱਦੇ ਇੱਕ ਸਮਾਜ ਨਾਲ ਜੁੜੇ ਹੋਏ ਨੇ ਤੇ ਸਮਾਜ ਦੇ ਵਿੱਚ ਇੱਕ ਆਪਣੀ ਵੱਖਰੀ ਥਾਂ ਰੱਖਦੇ ਨੇ, ਵੱਖਰਾ ਉਹਨਾਂ ਦਾ ਕਿਰਦਾਰ ਹੈ। ਉਹਨਾਂ ਮੁੱਦਿਆਂ ਤੋਂ ਅਸੀਂ ਸ਼ੁਰੂਆਤ ਕਰਾਂਗੇ। ਇਹਨਾਂ ਬਾਰੇ ਸਾਡੇ ਨਾਲ ਗੱਲਬਾਤ ਲਈ ਵਿਸ਼ੇਸ਼ ਤੌਰ 'ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਆਤਿਸ਼। ਹਮੀਰ ਜੀ, ਖੇਡਾਂ ਜੋ ਕਿ ਆਪਸੀ ਭਾਈਚਾਰਾ, ਪ੍ਰੇਮ ਪਿਆਰ ਦੀ ਭਾਵਨਾ ਜਿਹੜੀ ਹੈ ਸਭ 'ਚ ਪੈਦਾ ਕਰਦੀਆਂ ਨੇ ਤੇ ਗੱਲ ਕਰੀਏ ਉਹ ਖੇਡਾਂ ਦੀ ਤਾਂ ਕ੍ਰਿਕਟਰ ਅਰਸ਼ਦੀਪ ਸਿੰਘ ਦੀ ਕੱਲ੍ਹ ਮੈਚ ਦੇ ਵਿੱਚ ਇੱਕ ਕੈਚ ਛੁੱਟਣ ਕਰਕੇ ਜਿਹੜਾ ਹੈਗਾ ਲਗਾਤਾਰ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਟਿੱਪਣੀਆਂ ਦੇ ਨਾਲ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ, ਨਿਸ਼ਾਨੇ 'ਤੇ ਲਿਆ ਜਾ ਰਿਹਾ। ਅੱਜ ਸਾਰਾ ਦਿਨ ਹੀ ਦੇਖੀਏ ਤਾਂ ਸਵੇਰ ਤੋਂ ਟਰੋਲਿੰਗ ਜਿਹੜੀ ਹੈਗੀ ਆ ਬਹੁਤ ਵੱਡੇ ਪੱਧਰ 'ਤੇ ਚੱਲ ਰਹੀ ਹੈ, ਜਿਸ ਨਾਲ ਇੱਕ ਸਮਾਜ 'ਚ ਵੱਖਰਾ ਹੀ ਉਸ ਨੂੰ ਅਰਸ਼ਦੀਪ ਦੇ ਕਿਰਦਾਰ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਵੀ ਕਿਆ ਇਹ ਜਿਹੜੀ ਟਰੋਲਿੰਗ ਹੋ ਰਹੀ ਹੈ ਜਾਂ ਜੋ ਕੁਝ ਹੋਇਆ ਸੀ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਸਲ ਦੇ ਵਿੱਚ ਜਿਹੜਾ ਖੇਡਾਂ ਦਾ ਮਾਹੌਲ ਹੈ, ਮੈਨੂੰ ਲੱਗਦਾ ਸਦੀਆਂ ਤੋਂ ਜਦੋਂ ਲੋਕ ਖੇਡਦੇ ਨੇ, ਖੇਡਾਂ ਨੂੰ ਅਸੀਂ ਖੇਡ ਦੇ ਢੰਗ ਨਾਲ ਨਹੀਂ ਲੈਂਦੇ। ਖੇਡਾਂ ਨੂੰ ਇੱਕ ਜਿਵੇਂ ਸਿਵਲਾਈਜ਼ਡ ਜੰਗ ਚੱਲਦੀ ਹੁੰਦੀ ਹੈ ਨਾ, ਸਾਡੀ ਸ਼ਬਦਾਵਲੀ ਵੀ ਇਹੋ ਜਿਹੀ ਹੈ। ਜਦੋਂ ਵੀ ਟੂਰਨਾਮੈਂਟ ਹੁੰਦੇ ਨੇ, ਮੰਚ ਹੁੰਦੇ ਨੇ, ਸ਼ਬਦਾਵਲੀ ਇਹੋ ਜਿਹੀ ਵਰਤੋਂ ਕਰਦੇ ਹਾਂ ਬਾਰ-ਬਾਰ ਇੱਕ ਦੂਜੇ ਦੇ। ਖਾਸ ਤੌਰ 'ਤੇ ਮਾਮਲਾ ਇਹ ਹੁੰਦਾ ਕਿ ਮੈਚ ਕਿਹਦੇ ਨਾਲ ਹੋ ਰਿਹਾ ਜੀ। ਜਦੋਂ ਮੈਚ ਪਾਕਿਸਤਾਨ ਨਾਲ ਹੋਵੇ ਤਾਂ ਪਾਕਿਸਤਾਨ ਅਤੇ ਭਾਰਤ ਦੋਨਾਂ ਦੇ ਪਾਸੇ ਇੱਕ ਹਿਸਟੀਰੀਆ ਕ੍ਰੀਏਟ ਕੀਤਾ ਜਾਂਦਾ ਦੋਨੇ ਪਾਸਿਆਂ ਤੋਂ। ਬਾਕੀ ਕਿਸੇ ਤੋਂ ਹਾਰ ਜੋ, ਕਿਸੇ ਤੋਂ ਜਿੱਤ ਜੋ, ਮੈਨੂੰ ਨਹੀਂ ਲੱਗਦਾ ਐਡਾ ਬਹੁਤਾ ਫਾਇਦਾ, ਮਤਲਬ ਕੋਈ ਬਹੁਤ ਜ਼ਿਆਦਾ ਰੌਲਾ ਪੈਂਦਾ। ਪਰ ਜਦੋਂ ਦੋਨੇ ਪਾਸੇ ਤੋਂ ਪੈਂਦਾ, ਦੋਨੇ ਪਾਸੇ 'ਤੇ ਜਿੱਤ ਅਤੇ ਹਾਰ ਆਉਂਦੀ, ਐਂ ਲੱਗਦਾ ਕਿ ਜਿਵੇਂ ਅਸੀਂ ਇੱਕ ਬਹੁਤ ਵੱਡੀ ਜੰਗ ਲੜ ਰਹੇ ਹਾਂ ਜੀ। ਇੱਕ ਮਾਈਂਡ ਸੈੱਟ ਇਹੋ ਜਿਹਾ ਬਣਾ ਦਿੱਤਾ ਜਾਂਦਾ, ਮਾਨਸਿਕਤਾ ਲੋਕਾਂ ਦੀ ਬੜੇ ਲੰਮੇ ਸਮੇਂ ਤੋਂ ਇਹੋ ਜਿਹੀ ਬਣਾਈ ਗਈ ਹੈ ਕਿ ਉਹ ਇਸ ਮੈਚ ਨੂੰ ਇਸ ਢੰਗ ਨਾਲ ਦੇਖੇ ਕਿ ਜੇ ਹਾਰ ਗਏ ਪਲੇਅਰ ਤਾਂ ਉਹਨਾਂ ਨੂੰ ਬੁਰਾ ਭਲਾ ਜਿਸ ਹੱਦ ਤੱਕ ਤੁਸੀਂ ਜਾ ਸਕਦੇ ਹੋ ਉਹ ਕਹੇ, ਅਤੇ ਜੇ ਉਹ ਜਿੱਤ ਗਏ ਫਿਰ ਉਹਨਾਂ ਨੂੰ ਪੂਰਾ ਆਕਾਸ਼ 'ਚ ਉਡਾਓ, ਜੋ ਮਰਜ਼ੀ ਕਰੋ। ਮਤਲਬ ਨਾਰਮਲ ਗੇਮ ਦਾ ਹਿੱਸਾ ਨਹੀਂ। ਅਸੀਂ ਹੋਸਟਲਾਂ 'ਚ ਦੇਖਦੇ ਹਾਂ ਬੜੀ ਵਾਰ ਸਟੂਡੈਂਟਾਂ ਦੀਆਂ ਲੜਾਈਆਂ ਹੋ ਜਾਂਦੀਆਂ ਨੇ ਇਹੀ ਕ੍ਰਿਕਟ ਮੈਚ ਨੂੰ ਲੈ ਕੇ ਕਿ ਜਿਹੜੇ ਜਦੋਂ ਕੋਈ ਉੱਧਰਲਾ ਰਨ ਲੈਂਦਾ, ਜੇਕਰ ਕੋਈ ਉਹਦੇ 'ਤੇ ਤਾੜੀ ਮਾਰਦੇ ਤਾਂ ਦੂਜੇ ਬੰਦੇ ਉਹਦੇ ਵੀ ਗਲ ਪੈ ਜਾਂਦੇ ਨੇ ਬੜੀ ਵਾਰ, ਹੈਗਾ ਨਾ। ਇਹ ਇੱਕ ਫਿਰਕੂ ਨਫ਼ਰਤ ਹੈ ਜਿਹਦੀ ਬੁਨਿਆਦ 47 ਤੋਂ ਬੰਨ੍ਹੀ ਗਈ। 47 ਤੋਂ ਪਹਿਲਾਂ ਜਿਹੜੇ ਭਰਾਵਾਂ ਦੀ ਤਰ੍ਹਾਂ, ਆਪਸੀ ਪਰਿਵਾਰਾਂ ਦੀ ਤਰ੍ਹਾਂ ਲੋਕ ਰਹਿੰਦੇ ਸੀ। ਜਦੋਂ ਦੋ ਕੌਮਾਂ ਦੀ ਥਿਊਰੀ, ਦੋ ਧਰਮਾਂ ਦੀ ਥਿਊਰੀ ਦੇ ਉੱਤੇ ਦੇਸ਼ ਵੰਡ ਦਿੱਤਾ ਗਿਆ ਤਾਂ ਉਹਨੂੰ ਹੌਲੀ ਹੌਲੀ ਘਟਾਉਣਾ ਸੀ, ਉਸ ਨਫ਼ਰਤ ਨੂੰ ਕਿਸੇ ਨਾ ਕਿਸੇ ਰੂਪ 'ਚ। ਖਾਸ ਤੌਰ 'ਤੇ ਭਾਰਤ ਦੀ ਇਹ ਜ਼ਿਆਦਾ ਜ਼ਿੰਮੇਵਾਰੀ ਇਸ ਕਰਕੇ ਹੈ ਕਿਉਂਕਿ ਅਸੀਂ ਇਸ ਦੇਸ਼ ਨੂੰ ਧਰਮ ਨਿਰਪੱਖ, ਡੈਮੋਕ੍ਰੇਟਿਕ ਅਤੇ ਇਨਸਾਨੀ ਲੀਹਾਂ 'ਤੇ ਚਲਾਉਣ ਦਾ ਦਾਅਵਾ ਕੀਤਾ ਉਸ ਸਾਰੇ ਮਾਮਲੇ ਦੇ ਵਿੱਚ। ਪਰ ਲਗਾਤਾਰ ਹੁਣ ਇੱਕ ਮਾਹੌਲ ਲਗਾਤਾਰ ਸਗੋਂ ਉਦੋਂ ਵੀ ਜ਼ਿਆਦਾ ਖਤਰਨਾਕ ਅਤੇ ਉਦੋਂ ਵੀ ਜ਼ਿਆਦਾ ਜਨੂੰਨੀ ਅਤੇ ਉਦੋਂ ਵੀ ਜ਼ਿਆਦਾ ਇਸ ਕਿਸਮ ਦਾ ਤੰਗ ਨਜ਼ਰ ਹੋ ਰਿਹਾ ਕਿ ਮਤਲਬ ਮੋਕਲਾਪਣ ਜਿਹੜਾ ਹੁੰਦਾ, ਖੁੱਲ੍ਹਾਪਣ, ਇੱਕ ਖੇਡ ਦਾ ਆਨੰਦ ਲੈਣ ਦਾ ਜਿਹੜਾ ਇੱਕ ਮਾਹੌਲ ਹੁੰਦਾ ਉਹ ਖਤਮ ਕੀਤਾ ਜਾ ਰਿਹਾ। ਇਸੇ ਕਰਕੇ ਅਰਸ਼ਦੀਪ ਨੇ ਕਿੰਨੀਆਂ ਚੰਗੀਆਂ ਗੱਲਾਂ ਕੀਤੀਆਂ, ਕਿੰਨੇ ਮੈਚ ਵਧੀਆ ਖੇਡੇ। ਉਹਨਾਂ ਮੈਚਾਂ ਦੇ ਵਿੱਚ ਵੀ ਉਹਦੀ ਜੋ ਕਾਰਗੁਜ਼ਾਰੀ ਸੀ ਉਹਨੂੰ ਨਜ਼ਰਅੰਦਾਜ਼ ਕਰਕੇ ਤੁਸੀਂ ਸਭ ਤੋਂ ਘਟੀਆ ਇਲਜ਼ਾਮ ਕਿਸੇ 'ਤੇ ਕੀ ਲਾ ਸਕਦੇ ਹੋ? ਖਿਡਾਰੀ ਨੂੰ ਕਹੋ ਤਾਂ ਨਿਕੰਮਾ ਕਹਿ ਤਾਂ ਠੀਕ ਹੈ, ਘਟੀਆ ਇਲਜ਼ਾਮ ਉਹਦੀ ਪਛਾਣ ਨੂੰ ਦੇਖ ਕੇ ਲਗਾਉਂਦੇ ਹੋ ਤੁਸੀਂ। ਪਛਾਣ ਕੀ ਹੈ? ਪਛਾਣ 'ਚੋਂ ਵੀ ਉਹਦੀ ਧਾਰਮਿਕ ਪਛਾਣ, ਉਹਦੀ ਬੋਲੀ, ਉਹਦੀ ਮਾਂ, ਉਹਦੇ ਬਾਕੀ ਦੀਆਂ ਚੀਜ਼ਾਂ, ਜਦੋਂ ਉਹ ਸਭ ਤੋਂ ਘਟੀਆ ਮਾਨਸਿਕਤਾ ਦਾ ਹੱਦ ਹੁੰਦੀ ਆ ਉੱਥੇ ਤੱਕ ਜਾ ਕੇ। ਔਰ ਮੈਨੂੰ ਲੱਗਦਾ ਕਿ ਜਿਹੜੇ ਲੋਕ ਟਰੋਲ ਕਰ ਰਹੇ ਨੇ ਉਹਨਾਂ ਦਾ ਆਪਣੇ ਆਪ 'ਚ ਵੀ ਕਸੂਰ ਨਹੀਂ ਹੈ। ਟਰੋਲ ਕਰਨ ਵਾਲੀ ਮਾਨਸਿਕਤਾ ਉਹਨਾਂ ਦੀ ਕਿਹਨੇ ਬਣਾਈ? ਉਹਦੇ 'ਚ ਉਹ ਓਪੀਨੀਅਨ ਮੇਕਰ ਕੌਣ ਨੇ? ਉਹ ਵਿਚਾਰ ਕੌਣ ਦਿੰਦਾ ਹੈ? ਉਹ ਸਾਡਾ ਪੋਲੀਟੀਸ਼ੀਅਨ ਵੀ ਹੈ, ਉਹ ਸਾਡਾ ਬੁੱਧੀਜੀਵੀ ਵੀ ਹੈ, ਉਹ ਸਾਡਾ ਨਿਊਜ਼ ਮੀਡੀਆ ਵੀ ਹੈ, ਉਹ 'ਚ ਪ੍ਰਚਾਰ ਦੇ ਸਾਰੇ ਸਾਧਨ ਵੀ ਨੇ। ਇੱਕ ਬੱਚਾ ਜਨਮ ਤੋਂ ਹੀ ਤਾਂ ਇਨਸਾਨ ਹੀ ਪੈਦਾ ਹੁੰਦਾ, ਨਾ ਉਹਨੂੰ ਕੋਈ ਵਿਚਾਰ ਉਹ ਹੁੰਦਾ, ਨਾ ਉਹਦੇ 'ਚ ਭਰੇ ਜਾਂਦੇ ਨੇ ਵਿਚਾਰ। ਉਹ ਜਿਹੋ ਜਿਹੇ ਸਮਾਜ 'ਚ ਰਹਿੰਦਾ ਉਹ ਸਮਾਜ ਉਹਨੂੰ ਉਹ ਦਿੰਦਾ ਹੈ ਵਿਚਾਰ। ਅਸਲ ਦੇ ਵਿੱਚ ਲੋਕਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਜਿਹੜੇ ਵਿਚਾਰ ਅਸੀਂ ਇਹ ਟਰੋਲ ਵਾਲਿਆਂ ਜਾਂ ਇਹੋ ਜਿਹੇ ਬੰਦਿਆਂ ਨੂੰ ਦੇ ਰਹੇ ਹਾਂ ਉਹ ਆਪਣਾ ਨੁਕਸਾਨ ਉਦੋਂ ਜ਼ਿਆਦਾ ਕਰ ਰਹੇ ਨੇ ਦੂਜੇ ਨਾਲੋਂ ਵੀ। ਅਰਸ਼ਦੀਪ ਨਾਲ ਤਾਂ ਫਿਰ ਵੀ ਬਹੁਤ ਵੱਡਾ ਹੋਰ ਲੋਕ ਵੀ ਖੜ੍ਹ ਗਏ, ਤੁਸੀਂ ਗਲਤ ਕਰ ਰਹੇ ਹੋ। ਜਦੋਂ ਨਫ਼ਰਤ ਦਾ ਭਰਿਆ ਉਹੀ ਬੰਦਾ ਆਪਣੇ ਘਰ ਜਾਂਦਾ ਹੈ, ਆਪਣੀਆਂ ਗੱਲਾਂ ਕਰਦਾ, ਆਲੇ ਦੁਆਲੇ ਵਿਚਰਦਾ ਸਮਾਜ 'ਚ,
ਤਾਂ ਉਹ ਇੱਕ ਚੰਗਾ ਇਨਸਾਨ ਸਾਬਤ ਨਹੀਂ ਹੋ ਸਕਦਾ। ਚੰਗਾ ਇਨਸਾਨ ਜਿਹੜਾ ਜੇ ਨਹੀਂ ਹੈ, ਉਹ ਘਰ 'ਚ ਵੀ ਚੰਗਾ ਕਿਵੇਂ ਹੋਏਗਾ? ਉਹ ਆਪਣੇ ਬੱਚਿਆਂ ਨੂੰ ਵੀ ਚੰਗੀ ਨਸੀਹਤ ਕਿਵੇਂ ਦੇਵੇਗਾ, ਬਾਕੀ ਦਿਆਂ ਨੂੰ ਕਿਵੇਂ ਦੇਵੇਗਾ? ਇਸ ਕਰਕੇ ਇਹਨਾਂ ਗੱਲਾਂ ਨੂੰ ਸਾਨੂੰ ਜਿੱਥੇ ਸਮੂਹਿਕ ਤੌਰ ਤੇ ਸੋਚਣਾ ਪਏਗਾ ਕਿ ਪੂਰੇ ਦੇਸ਼ ਦੇ ਵਿੱਚ ਇੱਕ ਬਰਤਾਂਤ ਸਿਰਜਣਾ ਹੁੰਦਾ, ਇੱਕ ਨੈਰੇਟਿਵ ਸਿਰਜਣਾ ਹੁੰਦਾ ਕਿ ਅਸੀਂ ਉਹ ਜਿਹੜੀ ਜਨਰੇਸ਼ਨ ਹੈ ਸਾਡੀ, ਉਹ ਕਿਹੋ ਜਿਹੀ ਬਣਾਉਣੀ ਹੈ, ਉਹਦਾ ਭਵਿੱਖ ਕਿਹੋ ਜਿਹਾ ਬਣਾਉਣਾ ਹੈ, ਉਹ ਕਿਹੋ ਜਿਹਾ ਥਾਟ ਪ੍ਰੋਸੈਸ ਉਹਨਾਂ ਨੂੰ ਦੇਣਾ ਹੈ, ਸੋਚਣ ਦੀ ਨਜ਼ਰੀਆ ਦੇਣਾ ਹੈ। ਉਹ ਦੇਸ਼ਾਂ ਨੂੰ ਬਣਾਉਂਦਾ, ਦੇਸ਼ਾਂ ਨੂੰ ਕੋਈ ਹੋਰ ਚੀਜ਼ਾਂ ਨਹੀਂ ਬਣਾਉਂਦੀਆਂ। ਜਿਹੋ ਜਿਹਾ ਮਨੁੱਖ ਬਣਾ ਦਿਓਗੇ ਕਿਸੇ ਦੇਸ਼ ਦੇ ਵਿੱਚ, ਕਾਬਲ ਮਨੁੱਖ ਬਣਾ ਦਿਓ, ਵਧੀਆ ਇਨਸਾਨ ਬਣਾ ਦਿਓ, ਤੇ ਉਹ ਵਧੀਆ ਦੇਸ਼ ਬਣ ਜਾਂਦੇ ਨੇ। ਤੇ ਜੇ ਘਟੀਆ ਕਿਸਮ ਦੇ ਇਸ ਲੈਵਲ ਦੇ ਤੰਗ ਨਜ਼ਰ ਬੰਦੇ ਬਣਾ ਦਿਓ ਤਾਂ ਉਹੀ ਮੁਹੱਲਿਆਂ ਗਲੀਆਂ 'ਚ ਲੜਾਈਆਂ, ਤੇ ਉਹੀ ਸਾਰੇ ਦੇਸ਼ ਦੇ ਵਿੱਚ ਲੜਾਈਆਂ, ਛੋਟੀਆਂ ਪਛਾਣਾਂ ਲਈ ਵੱਖ-ਵੱਖ ਦੇ ਮਾਮਲੇ, ਕਿਉਂਕਿ ਅਸੀਂ ਕੋਐਗਜ਼ਿਸਟ ਕਰ ਹੀ ਨਹੀਂ ਰਹੇ। ਅਸੀਂ ਅਸਲ ਦੇ ਵਿੱਚ ਇੱਕ ਦੂਜੇ ਨਾਲ ਮਿਲ ਕੇ ਰਹਿਣਾ ਸਿਖਾ ਹੀ ਨਹੀਂ ਰਹੇ। ਸਭ ਤੋਂ ਬੜੀ ਟ੍ਰੈਜਡੀ ਇਹਨਾਂ ਸਮਿਆਂ ਦੀ ਸਾਡੇ ਸਾਹਮਣੇ ਇਹ ਹੈ। ਇਸੇ ਮਾਨਸਿਕਤਾ 'ਚੋਂ ਅਰਸ਼ਦੀਪ ਦੇ ਖਿਲਾਫ ਉਹ ਮਾਈਂਡਸੈਟ ਬਾਰ-ਬਾਰ ਪ੍ਰਗਟ ਹੁੰਦਾ, ਕਿਉਂਕਿ ਜਦੋਂ ਤੁਸੀਂ ਥੋੜ੍ਹਾ ਜਿਹਾ ਵੀ ਉਹਦੇ ਤੋਂ ਲਾਓਗੇ, ਚੰਗਾ ਭਲਾ ਬੰਦਾ ਵੀ ਜਾ ਕੇ ਜੇ ਨੀਚੇ ਤੁਹਾਡੇ ਉਹ ਗੱਲ ਭਰੀ ਪਈ ਹੈ ਤੇ ਉਹ ਸਾਹਮਣੇ ਆ ਜਾਂਦੀ ਹੈ ਉੱਭਰ ਕੇ ਉਸੇ ਰੂਪ 'ਚ। ਹੁਣ ਤਾਂ ਰਹਿ ਵੀ ਨਹੀਂ ਸਕਦੀ, ਕਿਉਂਕਿ ਸੋਸ਼ਲ ਮੀਡੀਆ ਉਹ ਤੁਹਾਡਾ ਅੰਦਰੂਨੀ ਪੱਖ ਅੰਦਰ ਨਹੀਂ ਰਹਿੰਦਾ, ਉਹ ਉੱਭੜ ਕੇ ਸਾਹਮਣੇ ਆ ਜਾਂਦਾ। ਇਹਦੇ 'ਤੇ ਸਭ ਨੂੰ ਬੜੀ ਵੱਡੀ ਇੱਕ ਸੰਵਾਦ ਤੇ ਇੱਕ ਵੱਡੀ ਬਹਿਸ ਦੀ ਲੋੜ ਹੈ ਕਿ ਅਸੀਂ ਮਨੁੱਖ ਤੇ ਮਨੁੱਖ ਦੇ ਬਾਰੇ ਨਜ਼ਰੀਆ ਜਿਹੜਾ ਉਹ ਕਿਹੋ ਜਿਹਾ ਬਣਾਉਣਾ ਤੇ ਕਿਸ ਤਰੀਕੇ ਨਾਲ ਦੂਜੀਆਂ ਚੀਜ਼ਾਂ ਨੂੰ ਦੇਖਣਾ। ਜੀ ਹਮੀਰ ਜੀ, ਤੁਹਾਨੂੰ ਨਹੀਂ ਲੱਗਦਾ ਚਾਹੇ ਅਰਸ਼ਦੀਪ ਵਾਲੀ ਘਟਨਾ ਹੋਵੇ ਜਾਂ ਕੋਈ ਦੋ ਧਰਮਾਂ ਵਿਚਕਾਰ ਕੋਈ ਵਿਵਾਦ ਜਾਂ ਕੋਈ ਟਕਰਾਅ ਪੈਦਾ ਹੁੰਦਾ, ਉਸ ਸਮੇਂ ਜਿਹੜੀ ਟਰੋਲਿੰਗ ਹੁੰਦੀ ਹੈ, ਉਸ ਟਰੋਲਿੰਗ ਕਰਕੇ ਕਈ ਅਜਿਹੇ ਮੁੱਦੇ ਸਮਾਜ ਦੇ ਨੇ ਜਿਨ੍ਹਾਂ ਨੂੰ ਵਿਚਾਰਨਾ ਜ਼ਰੂਰੀ ਆ, ਉਹ ਨਜ਼ਰਅੰਦਾਜ਼ ਹੋ ਜਾਂਦੇ ਨੇ। ਜਿਵੇਂ ਗੱਲ ਕਰੀਏ ਹੁਣੀ ਜੰਮੂ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਬਾਰੇ ਜਿਹੜੀ ਹੈਗੀ ਇੱਕ ਰਿਪੋਰਟ ਨਸ਼ਰ ਹੋਈ ਹੈ। ਉਸ ਰਿਪੋਰਟ 'ਚ ਕਈ ਤਰ੍ਹਾਂ ਦੀ ਜਿਹੜੀ ਟਿੱਪਣੀਆਂ ਕੀਤੀਆਂ ਗਈਆਂ ਵੀ ਕਿ ਉਹ ਰਿਪੋਰਟ ਚਰਚਾ ਕਰਨ ਯੋਗ ਸੀਗੀ, ਪਰ ਅਜਿਹੀ ਟਰੋਲਿੰਗ ਕਰਕੇ ਉਹ ਕਿਤੇ ਨਾ ਕਿਤੇ ਨਜ਼ਰਅੰਦਾਜ਼ ਹੋ ਗਈ। ਤਾਂ ਅਸੀਂ ਜਾਣਨਾ ਚਾਹਾਂਗੇ ਉਹ ਰਿਪੋਰਟ ਕੀ ਸੀਗੀ, ਉਹ 'ਚ ਕਿਸ ਤਰ੍ਹਾਂ ਦੀ ਟਿੱਪਣੀਆਂ ਜਿਹੜੀ ਸਾਹਮਣੇ ਆਈਆਂ। ਬਿਲਕੁਲ ਇੱਕ ਮਾਹੌਲ ਹੈ, ਜਿਵੇਂ ਕਾਂਗਰਸ ਦੀ ਰੈਲੀ ਸੀ ਕੱਲ੍ਹ, ਰਾਹੁਲ ਗਾਂਧੀ ਨੇ ਬੋਲਿਆ ਜਿਹੜਾ, ਹਾਲਾਂਕਿ ਉਹ ਮਹਿੰਗਾਈ 'ਤੇ ਰੈਲੀ ਸੀ, ਬਾਕੀ ਚੀਜ਼ਾਂ 'ਤੇ ਸੀ। ਦੋ ਤਿੰਨ ਗੱਲਾਂ ਜਿਹੜੀਆਂ ਬੋਲੀਆਂ ਗਈਆਂ ਕਿ ਦੇਸ਼ ਦੇ ਵਿੱਚ ਨਫ਼ਰਤ ਦੇ ਮਤਲਬ ਤੇ ਡਰ ਤੇ ਇੱਕ ਇਸ ਲੈਵਲ ਦਾ ਵਾਤਾਵਰਨ ਪੈਦਾ ਕੀਤਾ ਜਾ ਰਿਹਾ। ਉਹ ਗੱਲ ਗਲਤ ਨਹੀਂ ਹੈ ਕੋਈ ਗੱਲ, ਉਹ ਅਲੱਗ ਗੱਲ ਹੈ ਕਿ ਕਾਂਗਰਸ ਕਿੰਨਾ ਕੁ ਮੁਕਾਬਲਾ ਕਰ ਪਾਈ ਹੈ, ਕਿੰਨਾ ਕਰ ਪਾਊਗੀ, ਕਿੰਨਾ ਕੁ ਨਹੀਂ ਹੈ, ਆਪਸ ਦੇ ਵਿੱਚ ਵੰਡ ਹੈ ਬਹੁਤ। ਤੇ ਜਦੋਂ ਤੁਸੀਂ ਡਰ ਦਾ ਮਾਹੌਲ, ਸਹਿਮ ਦਾ ਮਾਹੌਲ, ਵੰਡ ਦਾ ਮਾਹੌਲ, ਨਫ਼ਰਤ ਦਾ ਮਾਹੌਲ ਤੇ ਬਾਕੀ ਚੀਜ਼ਾਂ ਪੈਦਾ ਕਰੋਗੇ, ਉਹ ਭਾਈਚਾਰਿਆਂ ਦੇ ਵਿੱਚ ਹੀ ਹੋਣਗੀਆਂ। ਤੇ ਇਹ ਦੇਸ਼ ਦੇ ਵਿੱਚ ਵੰਨ-ਸੁਵੰਨਤਾ ਇੰਨੀ ਜ਼ਿਆਦਾ ਹੈ, ਕਿੰਨੀਆਂ ਹੀ ਬੋਲੀਆਂ ਨੇ, 22 ਬੋਲੀਆਂ ਤਾਂ ਅਸੀਂ ਸੰਵਿਧਾਨ 'ਚ ਮਾਨਤਾ ਦਿੱਤੀ ਹੋਈ ਹੈ ਕਿ ਸਾਡੀਆਂ ਬਰਾਬਰ ਦੀਆਂ ਬੋਲੀਆਂ ਨੇ, ਸਾਰੀਆਂ ਸਾਡੀਆਂ ਭਾਸ਼ਾਵਾਂ ਨੇ ਤੇ ਬਾਕੀ ਨੇ। ਔਰ ਸੈਂਕੜੇ ਕਿਸਮ ਦੇ ਇੱਥੇ ਪਹਿਰਾਵੇ ਨੇ, ਮਤਲਬ ਸੈਂਕੜੇ ਕਿਸਮ ਦੇ ਤੁਹਾਡੇ ਸੱਭਿਆਚਾਰ ਨੇ। ਕੋਈ ਕਿਸੇ ਬੈਕਗਰਾਊਂਡ ਤੋਂ ਆਉਂਦਾ, ਹੁਣ ਸਾਊਥ ਇੰਡੀਆ ਦਾ ਬੰਦਾ ਸਾਡੇ ਨਾਲ ਉਸ ਲੈਵਲ 'ਤੇ, ਕਈ ਵਾਰ ਨਾਰਥ ਇੰਡੀਆ ਦੇ ਨਾਲ ਨਹੀਂ ਪਰ ਇਹਦੀ ਏਕਤਾ ਦੀ ਵਜ੍ਹਾ ਕੀ ਹੈ ਔਰ ਇਹ ਇਕੱਠਾ ਕਿਵੇਂ ਰਹੇ? ਇਕੱਠਾ ਰਹਿ ਸਕਦਾ ਜੇਕਰ ਛੋਟੀਆਂ ਪਛਾਣਾਂ ਤੋਂ ਇੱਕ ਵੱਡੀ, ਜਾਂ ਤਾਂ ਉਹਨਾਂ ਨੂੰ ਫੈਸਲਾ ਕਰਨ ਦੀ ਪ੍ਰਕਿਰਿਆ 'ਚ ਬਰਾਬਰ ਦਾ ਦੇਖੋ ਤੇ ਇੱਕ ਦੂਜੇ ਨੂੰ ਇਹ ਸਮਝਾਓ ਵੀ ਕਿ ਅਸੀਂ ਇਕੱਠੇ ਤਾਂ ਸਾਡੀ ਇਕੱਠਤਾ ਦੇ ਵਿੱਚ ਇੱਕ ਦੂਜੇ ਨੂੰ ਦਾ ਰਿਗਾਰਡ ਕਰਾਂਗੇ, ਇੱਕ ਦੂਜੇ ਦੀ ਸਮਝਦਾਰੀ ਦੇ ਨਾਲ ਉਹਦੇ ਦੁੱਖ 'ਚ ਸ਼ਰੀਕ ਹੋਵਾਂਗੇ, ਉਹਦੇ ਸੁੱਖ ਦੇ ਵਿੱਚ ਵੀ ਸ਼ਰੀਕ ਹੋਵਾਂਗੇ, ਸਾਰੇ ਗੱਲਾਂ ਸ਼ਰੀਕ ਦੀ ਭਾਵਨਾ ਹੈ। ਹੁਣ ਜਿਹੜਾ ਮਾਹੌਲ ਪਿਛਲੇ ਸਮੇਂ ਤੋਂ ਬਣਿਆ, ਖਾਸ ਤੌਰ 'ਤੇ 2014 ਤੋਂ ਤਾਂ ਬਹੁਤ ਸੀਰੀਅਸ ਮਾਹੌਲ ਜਿਹੜਾ ਬਣਿਆ ਬੀਜੇਪੀ ਤੇ ਆਰਐਸਐਸ ਦੇ ਵਿੱਚ, ਉਹਦੇ 'ਚ ਇਹ ਬਣਿਆ ਕਿ ਜਿਹੜਾ ਮਤਲਬ ਇੱਕ ਕਮਿਊਨਿਟੀ, ਖਾਸ ਤੌਰ 'ਤੇ ਵੱਡੀ ਕਮਿਊਨਿਟੀ ਜੀ, ਤੇ ਉਹ ਪੂਰੀ ਤਰ੍ਹਾਂ ਜ਼ਿਆਦਾ ਡਰੀ ਤੇ ਸਹਿਮੀ ਹੋਈ ਦਿਖਾਈ ਦੇ ਰਹੀ ਹੈ। ਇਸੇ ਕਰਕੇ ਸ਼ਾਇਦ ਜੰਮੂ ਕਸ਼ਮੀਰ 5 ਅਗਸਤ 2019 ਨੂੰ ਜਦੋਂ ਮਤਲਬ ਤੋੜ ਕੇ ਸਪੈਸ਼ਲ ਸਟੇਟਸ ਉਹਦਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ 2 'ਚ ਵੰਡ ਦਿੱਤਾ ਗਿਆ, ਤਾਂ ਉਦੋਂ ਬਾਅਦ ਉੱਥੇ ਕੀ ਵਾਪਰ ਰਿਹਾ, ਉਹਨਾਂ ਲੋਕਾਂ ਨਾਲ ਬੀਇੰਗ ਏ ਇਨਸਾਨ, ਸਾਡੇ ਮਤਲਬ ਉਹ ਵੀ ਇਸੇ ਧਰਤੀ ਦੇ, ਸਾਡੇ ਖੇਤਰ ਦੇ, ਸਾਡੇ ਦੇਸ਼ ਦੇ, ਸਾਡੇ ਆਲੇ ਦੁਆਲੇ ਦੇ ਇਨਸਾਨ ਨੇ ਨਾ। ਇਨਸਾਨੀਅਤ ਲਈ ਹਾਂ ਦੇ ਨਾਅਰੇ ਜਿਹੜੇ ਮਾਰੇ ਜਾਂਦੇ ਨੇ, ਅਸੀਂ ਦੁਨੀਆ 'ਚ ਕਿਤੇ ਧੱਕਾ ਹੋ ਜਾਂਦਾ ਜਾ ਕੇ ਇੱਥੇ ਦੇਸ਼ ਦੇ ਵਿੱਚ ਮਤੇ ਪਾਉਂਦੇ ਹਾਂ, ਗੱਲ ਕਰਦੇ ਹਾਂ, ਸੈਮੀਨਾਰ ਕਰਦੇ ਹਾਂ ਵੱਖ-ਵੱਖ, ਪਰ ਉਹਦਾ ਜ਼ਿਕਰ ਬਹੁਤ ਘੱਟ ਹੁੰਦਾ ਜਿਹੜਾ ਨੇੜੇ ਵਾਪਰ ਜਾਂਦਾ। ਇਹ ਅਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਹੈ। ਅਮਨੈਸਟੀ ਇੰਟਰਨੈਸ਼ਨਲ ਨੂੰ ਨਾਰਮਲੀ ਜਿਹੜੀਆਂ ਆਮ ਸੰਸਥਾਵਾਂ ਨੇ ਉਹਦੇ ਨਾਲੋਂ ਜ਼ਿਆਦਾ ਮਾਨਤਾ ਹੈ ਪੂਰੇ ਦੁਨੀਆ ਦੇ ਵਿੱਚ ਕਿ ਮਨੁੱਖੀ ਅਧਿਕਾਰਾਂ ਦੇ ਮਾਮਲੇ ਦੇ ਵਿੱਚ ਉਹ ਚੰਗਾ ਇੱਕ ਕੰਮ ਕਰ ਰਹੀ ਹੈ ਉਸ ਪੱਧਰ ਦੇ ਉੱਤੇ। ਔਰ ਹਰ ਦੇਸ਼ 'ਚ ਉਹਦੀਆਂ ਬ੍ਰਾਂਚਾਂ ਨੇ, ਹਰ ਕਿਤੇ ਉਹਦਾ ਸੈਟਅਪ ਹੈ। ਉਹਨੇ ਇਹ ਕਿਹਾ ਕਿ ਪਿਛਲੇ 5 ਅਗਸਤ 2019 ਤੋਂ ਅਗਸਤ 2022 ਤੱਕ, ਇਹ ਜਿਹੜੇ 3 ਸਾਲ ਨੇ, ਇਹ 3 ਸਾਲਾਂ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ, ਬਹੁਤ ਤੇਜ਼ੀ ਦੇ ਨਾਲ ਤੇ ਬਹੁਤ ਹੀ ਜ਼ਿਆਦਾ ਬਲਡੋਜ਼ ਕਿਸਮ ਦਾ ਕਰਕੇ ਉੱਥੇ ਦੇ ਲੋਕਾਂ ਦੇ ਮਨੁੱਖੀ ਅਧਿਕਾਰ ਜਿਹੜੇ ਨੇ ਉਹ ਖੋਏ ਗਏ ਨੇ। ਖਾਸ ਤੌਰ ਦੇ ਉੱਤੇ ਜਰਨਲਿਸਟਾਂ ਨੂੰ,
60 ਘਟਨਾਵਾਂ ਕੋਟ ਕੀਤੀਆਂ ਨੇ। 31 ਪੇਜਾਂ ਦੀ ਉਹ ਰਿਪੋਰਟ ਹੈ, 31 ਪੰਨਿਆਂ ਦੀ। 60 ਘਟਨਾਵਾਂ ਉਹਨੇ ਕੋਟ ਕੀਤੀਆਂ ਨੇ ਕਿ ਜਿੱਥੇ ਪੱਤਰਕਾਰਾਂ ਨੂੰ, ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਜਾਂ ਸਮਾਜਿਕ ਕਾਰਕੁਨਾਂ ਨੂੰ, ਜਿੱਥੇ ਬਿਨਾਂ ਮਤਲਬ, ਜਿੱਥੇ ਉਹਨੇ ਕੁਝ ਲਿਖਿਆ ਵੀ ਨਹੀਂ ਹਜੇ ਜਾਂ ਜਿੱਥੇ ਉਹਨੇ ਬੋਲਿਆ ਵੀ ਨਹੀਂ ਹਜੇ ਕਿਤੇ, ਜਾਂ ਪੁਲਿਸ ਨੇ ਉਹਨੂੰ ਟਾਰਚਰ ਕੀਤਾ, ਇਨਵੈਸਟੀਗੇਸ਼ਨ ਕੀਤਾ, ਨਜ਼ਰਬੰਦ ਕੀਤਾ, ਹਿਰਾਸਤ 'ਚ ਰੱਖਿਆ ਜਾਂ ਮੁਕੱਦਮਾ ਪਾਤਾ ਵੈਸੇ ਹੀ, ਤੇ ਜਦ ਮਰਜੀ ਤੁਸੀਂ ਜਦ ਜਿਹਨੂੰ ਮਰਜ਼ੀ, ਤਾਂ ਉੱਥੇ ਦਾ ਮਾਹੌਲ ਨਹੀਂ। ਦਾ ਮਤਲਬ ਇਹ ਹੈ ਕਿ ਜਿਹੜਾ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇਸ਼ ਦਾ ਸੰਵਿਧਾਨ ਅਸੀਂ ਕਹਿ ਰਹੇ ਹਾਂ ਦੇ ਰਿਹਾ ਸਭ ਨੂੰ, ਵੈਸੇ ਤਾਂ ਓਵਰਆਲ ਹੀ ਉਹ ਘਟ ਰਹੀ ਹੈ। ਜਦੋਂ ਦਾ NDTV ਵੀ ਕਿਸੇ ਇੱਕ ਹੁਕਮਰਾਨ ਦੇ ਕਬਜ਼ੇ, ਇੱਕ ਕਾਰਪੋਰੇਟ ਦੇ ਕਬਜ਼ੇ 'ਚ ਆਉਣ ਲੱਗਿਆ, ਜਾਂ ਬਾਕੀ ਕਿੰਨੀ ਡਿਬੇਟ ਚੱਲੀ ਹੈ ਸਾਡੇ ਦੇਸ਼ ਦੇ ਵਿੱਚ ਵੀ, ਹੁਣ ਥੋੜ੍ਹਾ ਬਹੁਤ ਮੀਡੀਆ ਸੀਗਾ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਇਕੱਲੇ ਉਹ ਨਹੀਂ, ਸਾਡੀਆਂ ਜਿਹੜੀਆਂ ਸੰਸਥਾਵਾਂ 'ਤੇ ਦਬਾਅ ਹੈ, ਜੁਡੀਸ਼ਰੀ 'ਤੇ, ਇਲੈਕਸ਼ਨ ਕਮਿਸ਼ਨ 'ਤੇ, ਮੀਡੀਆ ਦੇ ਕੰਟਰੋਲ 'ਤੇ ਵੀ, ਉਹਦੇ ਕਰਕੇ ਵੀ ਇਹ ਚੀਜ਼ਾਂ ਨੇ। ਇਹ ਗੱਲ ਐਮਨੈਸਟੀ ਕਹਿ ਰਹੀ ਹੈ ਅਸਲ ਦੇ ਵਿੱਚ ਨਾਲ। ਐਮਨੈਸਟੀ ਨੇ ਇੱਕ ਤਾਂ ਇਹ ਕਿਹਾ, ਦੂਜੀ ਗੱਲ ਉਹਨੇ ਇਹ ਕਹੀ ਕਿ ਜਿਹੜਾ RTI ਕਾਨੂੰਨ ਹੈ, RTI ਕਾਨੂੰਨ 100% ਡਾਈਫੰਕਸ਼ਨਲ ਹੈ, ਮਤਲਬ ਉੱਥੇ ਕੰਮ ਹੀ ਨਹੀਂ ਕਰ ਰਿਹਾ। ਕੋਈ ਅਰਜੀ ਤੁਸੀਂ ਦਿਓਗੇ, ਅਰਜੀ ਦਾ ਕੋਈ ਜਵਾਬ ਇਹ ਹੈ ਨਹੀਂ ਹੈ। ਤੀਜੀ ਗੱਲ ਉਹਨੇ ਇਹ ਕਹੀ ਹੈ ਕਿ ਜਿਹੜੀ ਅਦਾਲਤ ਦੇ ਵਿੱਚ ਹੈਵੀਅਸ ਕਾਰਪਸ ਪਾਉਂਦੇ ਹਾਂ ਅਸੀਂ, ਹੈਵੀਅਸ ਕਾਰਪਸ ਦਾ ਮਤਲਬ ਕੀ ਹੁੰਦਾ ਕਿ ਜੇ ਮੈਨੂੰ ਮੇਰੀ ਜਾਨ ਨੂੰ ਖਤਰਾ ਹੈ, ਮੈਨੂੰ ਪੁਲਿਸ ਉਹੀ ਚੱਕ ਕੇ ਲੈ ਗਈ, ਮੈਨੂੰ ਤਾਂ ਅਸੀਂ ਕੋਰਟ ਜਾਂਦੇ ਹਾਂ, ਕੋਰਟ ਨੇ ਤੁਰੰਤ ਮੇਰੀ ਜਾਨ ਦਾ ਰੱਖਿਆ ਕਰਨ ਦੇ ਵਾਸਤੇ ਉਹਦੇ 'ਤੇ ਕੋਈ ਨਾ ਕੋਈ ਮਤਲਬ ਸੰਗਿਆਨ ਲੈਣਾ ਹੁੰਦਾ, ਕੋਈ ਨਾ ਕੋਈ ਕਾਰਵਾਈ ਕਰਨੀ ਹੁੰਦੀ ਹੈ। ਤੇ ਕੇਵਲ 1 ਸਾਲ ਦੇ ਵਿੱਚ 4 ਅਗਸਤ ਤੱਕ, ਐਸੇ ਸਾਲ ਦੇ 4 ਅਗਸਤ ਮਤਲਬ 8 ਮਹੀਨਿਆਂ ਤੋਂ ਵੀ ਘੱਟ ਦੇ ਸਮੇਂ 'ਚ 585 ਹੈਵੀਅਸ ਕਾਰਪਸ ਪੰਜਾਂ ਨੇ, ਕੇਵਲ 14 ਦਾ ਨਿਪਟਾਰਾ ਕੀਤਾ ਕੋਰਟ ਨੇ, ਕੇਵਲ 14 ਦਾ। ਹਰ ਸਾਲ ਉਹ ਕਹਿੰਦੇ 32% ਵੱਧ ਰਹੀ ਹੈ ਪਟੀਸ਼ਨਾਂ ਦੀ, ਲੋਕ ਪਟੀਸ਼ਨਾਂ ਪਾਈ ਜਾਂਦੇ ਨੇ, 32% ਵਧਿਆ, ਪਰ ਉਹਦੇ 'ਤੇ ਅਮਲ ਕੋਈ ਨਹੀਂ ਹੋ ਰਿਹਾ ਕਿਸੇ ਵੀ ਰੂਪ ਦੇ ਵਿੱਚ, ਜਿਹੜਾ ਉਸ ਲੈਵਲ ਦੇ ਉੱਤੇ ਹੈ। ਔਰ ਇਸ ਕਰਕੇ ਇਹ ਜਿਹੜੇ ਸਾਰੇ ਤੌਰ ਤਰੀਕੇ ਨੇ, ਜਦੋਂ ਸਾਡੇ ਨੇੜੇ ਵਾਪਰ ਰਹੇ ਹੋਣਗੇ, ਜੇ ਉਹ ਸਾਡੇ ਦੇਸ਼ ਦੇ ਨਾਗਰਿਕਾਂ ਨਾਲ ਜਿਹੜੇ ਸੁਭਾਵਿਕ ਹੀ ਰਹਿਣਾ ਚਾਹੁੰਦੇ ਨੇ ਉਸ ਤਰੀਕੇ ਦੇ ਨਾਲ, ਤੇ ਜੇ ਹਾਦਾ ਨਾਰਾ ਆਲੇ ਦੁਆਲੇ ਉਹ ਨਹੀਂ ਵੱਜੂਗਾ, ਜੈਨੂਅਨ ਲੋਕ ਜੇ ਇਸ ਦੇਸ਼ ਦੇ ਵਿੱਚ ਰਹਿੰਦੇ ਨੇ, ਇਹ ਨਹੀਂ ਕਹਿਣਗੇ ਕਿ ਇੰਨਾ ਤੰਗ ਕਰਨਾ ਠੀਕ ਨਹੀਂ ਹੈ, ਕੋਈ ਰੂਲ ਆਫ ਲਾ ਹੋਣਾ ਚਾਹੀਦਾ, ਕਾਨੂੰਨ ਦਾ ਰਾਜ ਹੋਣਾ ਚਾਹੀਦਾ, ਤੇ ਕਾਨੂੰਨ ਦੇ ਰਾਜ ਦੀ ਗੱਲ ਵੀ ਨਹੀਂ ਕੋਈ ਕਰੇਗਾ, ਤਾਂ ਆਟੋਮੈਟਿਕਲੀ ਹੈ ਫਿਰ ਉੱਥੋਂ ਬੇਗਾਨਗੀ ਵੱਧਦੀ ਹੈ, ਉਹਦੇ ਨਾਲ ਗੁੱਸਾ ਵੱਧਦਾ ਹੈ, ਤੇ ਉਹ ਗੁੱਸਾ ਮੋੜਵੇਂ ਰੂਪ ਦੇ ਵਿੱਚ ਕਈ ਵਾਰ ਦੂਜੇ ਜਿਹੜੇ ਹੋਰ ਸਾਧਨ ਨੇ, ਜਿਹੜੇ ਗੈਰ ਸੰਵਿਧਾਨਕ ਤੇ ਗੈਰ ਕਾਨੂੰਨੀ ਸਾਧਨ ਨੇ, ਚਾਹੇ ਉਹ ਗਨ ਕਲਚਰ ਹੈ, ਚਾਹੇ ਉਹ ਗੈਂਗਸਟਰ ਕਲਚਰ ਹੈ, ਚਾਹੇ ਉਹ ਬਾਕੀ ਦਾ ਜਿਹੜਾ ਤੋੜ ਫੋੜ ਦੇ ਕਲਚਰ ਨੇ, ਉਦੋਂ ਨੂੰ ਉਹਨੂੰ ਜਨਮ ਦਿੰਦਾ ਹੈ। ਉਹ ਦੂਜੇ ਪਾਸੇ ਜੇ ਇਨਸਾਫ ਵਧੀਆ ਤਰੀਕੇ ਨਾਲ ਨਾ ਮਿਲੇ ਤਾਂ ਲੋਕ ਇਨਸਾਫ ਲੈਣ ਲਈ ਕਾਨੂੰਨ ਆਪਣੇ ਹੱਥ 'ਚ ਲੈਣਾ ਸ਼ੁਰੂ ਕਰ ਦਿੰਦੇ ਨੇ, ਉਧਰ ਨੂੰ ਨਾ ਤੋਰਿਆ ਜਾਵੇ। ਇਸ ਕਰਕੇ ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ 'ਤੇ ਗੱਲ ਹੋਣੀ ਬੇਹੱਦ ਜ਼ਰੂਰੀ ਹੈ। ਜੀ ਹਮੀਰ ਜੀ, ਇੱਕ ਗੱਲ ਕਰੀਏ ਤਾਂ ਅੱਜ ਗੌਰੀ ਲੰਕੇਸ਼ ਦੀ ਗ੍ਰਿਫਤਾਰੀ ਨੂੰ 5 ਸਾਲ ਪੂਰੇ ਹੋ ਚੁੱਕੇ ਨੇ। ਅਸੀਂ ਜਾਣਨਾ ਚਾਹਾਂਗੇ ਪਹਿਲਾਂ ਤਾਂ ਗੌਰੀ ਲੰਕੇਸ਼ ਦੀ ਵੀ ਕਿ ਗ੍ਰਿਫਤਾਰੀ ਕਿਉਂ ਹੋਈ, ਇਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ। ਉਸ ਦੇ ਨਾਲ ਹੀ 5 ਸਾਲਾਂ ਦੇ ਸਮੇਂ ਦੌਰਾਨ ਕੀ ਸਮਾਜ ਦੇ ਵਿੱਚ ਉਹਨਾਂ ਹਾਲਾਤਾਂ ਦੇ ਵਿੱਚ ਔਰ ਅੱਜ ਦੇ ਹਾਲਾਤਾਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਬਦਲਾਅ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ? ਮੈਨੂੰ ਨਹੀਂ ਪਤਾ ਕਿੰਨੇ ਦਰਸ਼ਕਾਂ ਦਾ ਅਜੇ ਹੁਣ ਗੌਰੀ ਲੰਕੇਸ਼ ਬਾਰੇ ਜਾਂ ਪਰ ਨਾਮ ਲਏ ਤੇ ਜ਼ਰੂਰ ਸਭ ਨੂੰ ਯਾਦ ਆ ਜਾਏਗਾ, ਕਿਉਂਕਿ ਗੌਰੀ ਲੰਕੇਸ਼ ਜਿਹੜੀ ਕਰਨਾਟਕ ਬੇਸਡ ਇੱਕ ਵੱਡੀ ਜਰਨਲਿਸਟ ਸੀ, ਵੱਡੇ ਨੈਸ਼ਨਲ ਅੰਗਰੇਜ਼ੀ ਦੇ ਅਖਬਾਰਾਂ 'ਚ ਵੀ ਉਹਨੇ ਕੰਮ ਕੀਤਾ ਸੀ, ਤੇ ਉਦੋਂ ਬਾਅਦ ਉਹ ਕੰਨੜ 'ਚ ਆਪਣਾ ਇੱਕ ਮੈਗਜ਼ੀਨ ਕੱਢ ਰਹੇ ਸੀ। ਨਾ ਕੇਵਲ ਉਹ ਜਰਨਲਿਸਟ ਸੀ, ਜਰਨਲਿਸਟ ਦੇ ਨਾਲ ਨਾਲ ਉਹ ਮਨੁੱਖੀ ਅਧਿਕਾਰ ਤੇ ਜਿਹੜੀ ਸਮਾਜਿਕ ਜਿਹੜੇ ਲੋਕਾਂ ਦੇ ਸਰੋਕਾਰ ਨੇ ਉਹਦੀ ਘੁਲਾਟੀਆ ਵੀ ਸੀ, ਤੇ ਉਹਨੂੰ ਘਰ ਅੰਦਰ ਵੜਨ ਵੇਲੇ ਕਤਲ ਕਰ ਦਿੱਤਾ ਗਿਆ। ਤੇ ਅੰਦਰ ਵੜਨ ਵੇਲੇ ਜਿਹੜਾ ਕਤਲ ਕੀਤਾ ਗਿਆ ਉਸ ਸਾਰੇ ਮਾਮਲੇ ਦੇ ਵਿੱਚ, ਇਹ 5 ਸਤੰਬਰ 2017 ਦਾ ਦਿਨ ਸੀ। 5 ਸਤੰਬਰ 2017 ਨੂੰ ਉਹਦਾ ਕਤਲ ਹੋਇਆ, ਤੇ ਉਹਦੇ ਕਤਲ ਨੇ ਇੱਕ ਵਾਰ ਪੂਰੀ ਮਨੁੱਖੇ ਸਮਾਜ ਦੇ ਵਿੱਚ ਬੇਚੈਨੀ ਪੈਦਾ ਕੀਤੀ। ਦੇਸ਼ ਪੱਧਰ ਦੇ ਉੱਤੇ ਬੜੇ ਵੱਡੇ ਜਿਹੜੇ ਮੁਜ਼ਾਹਰੇ ਹੋਏ, ਸਿਵਲ ਸੁਸਾਇਟੀ ਨੇ ਵੀ ਕੀਤੇ, ਪੱਤਰਕਾਰਾਂ ਨੇ ਵੀ ਕੀਤੇ, ਐਡੀਟਰਜ਼ ਗਿਲਡ ਤੱਕ ਨੇ ਵੀ, ਪ੍ਰੈਸ ਕਾਉਂਸਲ ਆਫ ਇੰਡੀਆ ਤੱਕ ਨੇ ਵੀ ਮਤੇ ਪਾਏ। ਔਰ ਦੇਸ਼ ਦੇ ਵਿੱਚ ਪੱਤਰਕਾਰੀ ਲਈ ਜਗ੍ਹਾ ਕੀ ਹੈ, ਮਨੁੱਖੀ ਅਧਿਕਾਰਾਂ ਲਈ ਜਗ੍ਹਾ ਕੀ ਹੈ, ਡਿਬੇਟ ਹੋਈ ਪੂਰੀ ਦੁਨੀਆ ਦੇ ਵਿੱਚ ਵੀ, ਵੱਖ-ਵੱਖ ਪਾਰਲੀਮੈਂਟਾਂ ਤੱਕ ਵੀ ਵੱਖ-ਵੱਖ ਮੰਚਾਂ 'ਤੇ ਗੱਲ ਹੋਈ ਗੌਰੀ ਲੰਕੇਸ਼ ਦੀ। ਔਰ ਉਹਦੇ ਨਾਲ ਦੇ ਬੰਦੇ 17 ਫੜੇ ਵੀ ਗਏ, 18 ਬੰਦੇ ਉਹਦੇ ਪਲਾਨਿੰਗ ਦੇ ਵਿੱਚ ਮਤਲਬ ਇਹ ਸੀਗਾ ਕਿ ਆਏ ਨੇ ਜਿਹੜੇ ਕਤਲ ਦੇ ਮਾਮਲੇ ਦੇ ਵਿੱਚ ਕਿਸੇ ਨਾਲ, ਔਰ ਉਹ ਬੰਦੇ ਦੂਜਿਆਂ ਦੇ ਕਤਲ ਦੇ ਵਿੱਚ ਵੀ ਇਨਵੋਲਵ ਪਾਏ ਗਏ, ਕਿਉਂਕਿ ਉਹ ਮੈਜੋਰਿਟੇਰੀਅਨ ਬਹੁ ਗਿਣਤੀ ਜਿਹੜਾ
ਹਿੰਦੂਤਵੀ ਮਾਨਸਿਕਤਾ ਦੇ ਨਾਲ ਲੈਸ ਬੰਦੇ ਸੀ, ਜਿਨ੍ਹਾਂ ਜਿਹੜੇ ਡਬੋਲਕਰ ਦੀ ਹੱਤਿਆ ਦਾ ਮਾਮਲਾ ਵੀ, ਪੰਸਾਰੇ ਦੀ ਹੱਤਿਆ ਦਾ ਮਾਮਲਾ ਵੀ, ਡਿਫਰੈਂਟ ਟਾਈਪ ਦੇ ਹੋਰ ਜਿਹੜੇ ਵੱਡੇ ਆਦਮੀ, ਕੋਈ ਰੈਸ਼ਨਲਿਸਟ ਸੀ, ਕੋਈ ਵੱਖ-ਵੱਖ ਸੀ, ਉਹਨਾਂ ਦੇ ਕਤਲਾਂ ਦੇ ਵਿੱਚ ਵੀ ਕਈ ਵਾਰ ਉਹਨਾਂ ਦਾ ਨਾਮ ਜਿਹੜਾ ਉਸ ਲੈਵਲ ਤੇ ਆਇਆ। ਤੇ ਅੱਜ ਮੈਨੂੰ ਇਹ ਲੱਗਦਾ ਹੁੰਦਾ ਕਿ ਜਦੋਂ ਉਸ ਲੈਵਲ ਦਾ ਮਾਮਲਾ ਹੁਣ 5 ਸਾਲ ਬਾਅਦ ਵੀ ਹੈ, ਤਾਂ ਉਹਨਾਂ ਨੂੰ ਯਾਦ ਰੱਖਣਾ ਕਿ ਗੌਰੀ ਲੰਕੇਸ਼ ਦੀ ਮੌਤ ਤੋਂ ਬਾਅਦ, ਹੱਤਿਆ ਤੋਂ ਬਾਅਦ ਜਿਹੜੀ ਜਾਗਰੂਕਤਾ ਦੀ ਮੁਹਿੰਮ ਇੱਕ ਛਿੜੀ ਸੀ ਇਸ ਦੇਸ਼ ਦੇ ਵਿੱਚ ਮੀਡੀਆ ਦੀ ਆਜ਼ਾਦੀ ਦੇ ਵਾਸਤੇ, ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਵਾਸਤੇ, ਤੇ ਇਸੇ ਮਾਮਲੇ 'ਚ ਕਾਨੂੰਨ ਔਰ ਸੰਵਿਧਾਨ ਨੂੰ ਬਚਾਉਣ ਦੇ ਵਾਸਤੇ, ਕੀ ਉਹ ਅਜੇ ਉਦੋਂ ਜ਼ਿਆਦਾ ਵੱਧ ਰਹੀ ਹੈ ਜਾਂ ਕਿਤੇ ਰੁਕ ਤਾਂ ਨਹੀਂ ਗਈ ਹੈ? ਔਰ ਇਹਦੇ 'ਤੇ ਵੀ ਗੱਲ ਕਰਨੀ ਲਗਾਤਾਰ ਜ਼ਰੂਰੀ ਹੈ, ਕਿਉਂਕਿ ਜੇਕਰ ਉਹ ਚੀਜ਼ਾਂ ਨਹੀਂ ਬਚਦੀਆਂ, ਜੇ ਆਜ਼ਾਦ ਮੀਡੀਆ ਨਹੀਂ ਬਚਦਾ, ਜੇ ਆਜ਼ਾਦ ਅਦਾਲਤ ਨਹੀਂ ਬਚਦੀ, ਜੇ ਆਜ਼ਾਦ ਸੰਸਥਾਵਾਂ ਨਹੀਂ ਬਚਦੀਆਂ, ਤਾਂ ਜਮਹੂਰੀਅਤ ਨਾਲ ਵੀ ਖਿਲਵਾੜ ਹੁੰਦਾ ਹੈ। ਔਰ ਇਸ ਕਰਕੇ ਉਹਦੀ ਯਾਦ ਤੇ ਨਿਭਾਉਣਾ ਤੇ ਉਹਦੇ ਜਿਹੜੇ ਕਾਜ ਨੂੰ ਸਮਰਪਿਤ ਹੋਣਾ, ਇਹ ਬਹੁਤ ਜ਼ਰੂਰੀ ਚੀਜ਼ ਹੈ ਜੀ। ਹਮੀਰ ਜੀ, ਇਹਦੇ ਨਾਲ ਹੀ ਅਸੀਂ ਜਾਣਨਾ ਚਾਹਾਂਗੇ, ਅੱਜ ਅਧਿਆਪਕ ਦਿਵਸ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ, ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਅੱਜ ਵੱਡੇ ਫੈਸਲੇ ਲਏ ਗਏ ਨੇ। ਅਸੀਂ ਵੀ ਕਿਹਾ ਉਹ ਕੀ ਫੈਸਲੇ ਨੇ, ਕੀ ਉਹ ਅਧਿਆਪਕਾਂ ਨਾਲ ਜੁੜੇ ਹੋਏ ਨੇ ਜਾਂ ਕਿਸ ਨਾਲ ਜੁੜੇ ਹੋਏ ਨੇ? ਅਧਿਆਪਕ ਦਿਵਸ ਹੈ, ਬਹੁਤ ਅਧਿਆਪਕਾਂ ਦਾ ਆਪਣਾ ਇੱਕ ਹੁੰਦਾ, ਕੁਛ ਤਾਂ ਇੱਕ ਟ੍ਰੈਡੀਸ਼ਨ ਹੈ ਚੱਲ ਰਹੀ ਕਿ ਇਹਨਾਂ ਦਿਨਾਂ ਦੇ ਵਿੱਚ ਸਟੇਟ ਅਵਾਰਡ, ਨੈਸ਼ਨਲ ਅਵਾਰਡ ਨਾਲ ਅਧਿਆਪਕਾਂ ਨੂੰ ਮਤਲਬ ਕੀਤਾ ਜਾਂਦਾ ਸਨਮਾਨਿਤ। ਅਧਿਆਪਕ ਦਿਵਸ ਅਸਲ ਦੇ ਵਿੱਚ ਜਿਹੜੇ ਸਾਡੇ ਦੂਜੇ ਰਾਸ਼ਟਰਪਤੀ ਸੀ ਡਾਕਟਰ ਰਾਧਾ ਕ੍ਰਿਸ਼ਨਨ, ਉਹਨਾਂ ਦੇ ਜਨਮ ਦਿਨ ਦੇ ਨਾਮ 'ਤੇ ਮਨਾਇਆ ਜਾਂਦਾ, ਕਿਉਂਕਿ ਉਹਨਾਂ ਨੂੰ ਵੱਡੇ ਵਿਦਿਆ ਦੇ ਤੌਰ 'ਤੇ, ਵੱਡੇ ਵਿਦਿਅਕ ਮਾਹਰ ਦੇ ਤੌਰ 'ਤੇ ਦੇਖਿਆ ਗਿਆ। ਪਰ ਸਾਡੇ ਇੱਕ ਨਾਲ ਦੀ ਨਾਲ ਭਗਵੰਤ ਮਾਨ ਉਹਨਾਂ ਨੇ ਇਹ ਕੀਤਾ ਕਿ ਉਹਨਾਂ ਨੂੰ ਸਨਮਾਨਿਤ ਕੀਤਾ। ਸਨਮਾਨਿਤ ਕਰਨ ਦੇ ਨਾਲ ਇੱਕ ਐਲਾਨ ਕੀਤਾ ਕਿ 8736 ਜਿਹੜੇ ਵੱਖ-ਵੱਖ ਸਟਰੀਮ ਦੇ ਅਧਿਆਪਕ ਕੈਜੂਅਲ ਕੰਮ ਕਰਦੇ ਸੀ, ਇਰਰੈਗੂਲਰ ਤੌਰ 'ਤੇ ਜਾਂ ਕੋਈ ਠੇਕੇ 'ਤੇ, ਕੋਈ ਅਡਹੌਕ 'ਤੇ, ਉਹਨਾਂ ਨੂੰ ਰੈਗੂਲਰ ਕਰਨ ਦਾ ਐਲਾਨ ਕੀਤਾ। ਜਿਹੜੇ ਵੱਖ-ਵੱਖ ਵੈਰਾਈਟੀਆਂ ਦੇ ਅਧਿਆਪਕ ਸੀ, ਇੱਕ ਐਲਾਨ ਇਹ ਕੀਤਾ ਕਿ ਜਿਹੜੇ ਸਾਡੇ ਕਾਲਜਾਂ ਦੇ ਵਿੱਚ ਨੇ, ਔਰ ਜਿੰਨੇ ਗੌਰਮੈਂਟ ਕਾਲਜ ਨੇ ਸਾਡੇ, ਬਹੁਤ ਮਤਲਬ 10% ਹੀ ਰੈਗੂਲਰ ਸਟਾਫ ਰਹਿ ਗਿਆ, ਉੱਥੇ ਰੈਗੂਲਰ ਸਟਾਫ ਨਹੀਂ ਹੈ। ਔਰ ਉਹਦਾ ਪਿਛਲੇ ਦਿਨਾਂ ਦੇ ਵਿੱਚ ਕੁਝ ਰੈਗੂਲਰ ਭਰਤੀ ਵੀ ਹੋਈ ਸੀ, ਉਹ ਹਾਈ ਕੋਰਟ ਨੇ ਰੱਦ ਕਰਤੀ, ਤੇ ਹੁਣ ਪੂਰੇ ਹੀ ਲਗਭਗ ਗੈਸਟ ਫੈਕਲਟੀ ਰੱਖਦੇ ਨਹੀਂ ਸੀਗੇ, ਰੈਗੂਲਰ ਸਟਾਫ ਹੈ ਨਹੀਂ। ਤਾਂ ਹੁਣ ਇੱਕ ਤਾਂ ਰੈਗੂਲਰ ਸਟਾਫ ਦੀ ਬਜਾਏ ਉਹਨਾਂ ਨੇ ਇਹ ਕਿਹਾ ਗੈਸਟ ਫੈਕਲਟੀ ਭਰਤੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਕਿ ਜਿੱਥੇ ਜਿੱਥੇ ਹੈ ਉਨੇ ਕੁ ਭਰਤੀ ਕਰ ਲਓ। ਨਾਲ ਇਹ ਕਿਹਾ, ਅਮਾਊਂਟ ਤਾਂ ਅਜੇ ਨਹੀਂ ਦੱਸੀ, ਕਿ ਅਸੀਂ ਜਿਹੜੇ ਗੈਸਟ ਫੈਕਲਟੀ ਨੂੰ ਮਿਲਣਗੇ, ਪੈਸੇ ਮਿਲਦੇ ਨੇ, ਉਹਦੇ 'ਚ ਅਸੀਂ ਸਨਮਾਨਯੋਗ ਵਾਧਾ ਕੀਤਾ। ਹੁਣ ਸਨਮਾਨਯੋਗ ਕੀ ਹੈ ਕਿ ਇੱਕ ਕਾਲਜ 'ਚ ਪੜ੍ਹਾਉਣ ਵਾਲਾ ਪ੍ਰੋਫੈਸਰ ਹੈ, ਉਹਨੂੰ 21,000 ਰੁਪਇਆ ਮਿਲਦਾ, ਉਹ ਵੀ ਹੁਣ ਮਿਲਣ ਲੱਗੇ ਨੇ, ਉਹਦਾ ਰੁਤਬਾ ਕਾਲਜ ਪ੍ਰੋਫੈਸਰ ਦਾ। ਤੇ ਉਹਦੇ 'ਚੋਂ ਵੀ 11,000 ਰੁਪਈਆ, ਜਿਹੜਾ 11,600 ਰੁਪਈਆ, ਉਹ ਪੀਟੀਏ ਫੰਡ ਜਿਹੜੇ ਬੱਚਿਆਂ ਦੇ ਪੇਰੈਂਟਸ ਤੋਂ ਵਸੂਲਿਆ ਜਾਂਦਾ, ਉਹ ਦਿੰਦਾ ਜੀ, ਤੇ ਬਾਕੀ 10,000 ਰੁਪਈਆ ਕੇਵਲ ਗੌਰਮੈਂਟ ਪੇਮੈਂਟ ਦਿੰਦੀ ਹੈ। ਕੀ ਆਉਣ ਵਾਲੇ ਦਿਨਾਂ 'ਚ ਗੌਰਮੈਂਟ ਆਪਣੇ ਬਜਟ 'ਚੋਂ ਪੇ ਕਰੇਗੀ ਗੈਸਟ ਫੈਕਲਟੀ ਨੂੰ, ਜਾਂ ਉਹ ਗਰੀਬ ਲੋਕਾਂ ਦੇ ਸਿਰ 'ਤੇ ਹੀ ਮੜ ਦਿੱਤਾ ਜਾਏਗਾ? ਕਿੰਨਾ, ਇਹ ਅਜੇ ਅਗਲਾ ਸਵਾਲ ਹੈ ਕਿ ਉਹ ਕਿੱਥੇ ਪਏਗਾ ਬੋਝ, ਜਾਂ ਕਿਸ ਤਰੀਕੇ ਨਾਲ ਆਏਗਾ, ਉਹ ਜਦੋਂ ਸਾਹਮਣੇ ਆਏਗੀ ਗੱਲ, ਉਹ ਤੋਂ ਪਤਾ ਲੱਗੇਗਾ। ਤੇ ਇਹਦੇ ਨਾਲ ਦੀ ਨਾਲ ਅੱਜ ਦੇ ਅਧਿਆਪਕ ਦਿਵਸ ਦੇ ਮੌਕੇ 'ਤੇ ਇੱਕ ਹੋਰ ਗੱਲ ਵੀ ਬਹੁਤ ਵੱਡੇ ਪੱਧਰ 'ਤੇ ਕਰਨ ਵਾਲੀ ਹੈ ਕਿ ਐਜੂਕੇਸ਼ਨ ਪਾਲਿਸੀ 2020 ਜਿਹੜੀ ਆ ਰਹੀ ਹੈ, ਇਹ ਸਾਡੇ ਦੇਸ਼ ਦੇ, ਸਾਡੇ ਵਿਦਿਆ ਦੇ, ਸਾਡੇ ਓਵਰਆਲ ਵੱਖ-ਵੱਖ ਕਲਚਰ ਦੇ, ਵੱਖ-ਵੱਖ ਸੂਬਿਆਂ ਦੇ, ਵੱਖ-ਵੱਖ ਲੋਕਾਂ ਦੇ ਮਿਜਾਜ ਦੇ ਅਨੁਕੂਲ ਹੈ ਜਾਂ ਨਹੀਂ ਜੀ। ਜੇ ਉਹਦੇ 'ਤੇ ਬੜੇ ਵੱਡੇ ਪੱਧਰ 'ਤੇ ਡਿਬੇਟ ਹੋਵੇ ਦੇਸ਼ ਦੇ ਵਿੱਚ, ਇਦੋਂ ਬਾਅਦ ਹੀ ਸ਼ੁਰੂ ਹੋ ਜੇ, ਤਾਂ ਘੱਟੋ ਘੱਟ ਲੋਕਾਂ ਦੀ ਇੱਕ ਹਿੱਸੇਦਾਰੀ ਜਿਹੜੀ ਹੋਏਗੀ ਉਸ 'ਤੇ। ਕਿਉਂਕਿ ਜੇ ਉਹ ਪਾਲਿਸੀ ਪੋਲੀਟੀਕਲੀ ਸੈਂਟਰਲਾਈਜੇਸ਼ਨ ਆਫ ਪਾਵਰ ਦੇ ਪੱਖ 'ਚ ਜਾਂਦੀ ਹੈ, ਨਿੱਜੀਕਰਨ ਵਿੱਦਿਆ ਦੇ ਪੱਖ 'ਚ ਜਾਂਦੀ ਹੈ, ਵਪਾਰਕ ਬਣਾ ਰਹੀ ਹੈ ਵਿੱਦਿਆ ਨੂੰ, ਤੇ ਜਿਹੜੇ ਆਮ ਲੋਕਾਂ ਦੇ ਐਫਰਟ ਨੇ, ਕੋਸ਼ਿਸ਼ਾਂ ਨੇ, ਇਹਨੂੰ ਕੁਝ ਘਰਾਣਿਆਂ ਦੇ ਹਵਾਲੇ ਕਰ ਦੇਗੀ, ਤੇ ਜਿਹੜੇ ਸਿਲੇਬਸ ਤੈਅ ਕਰਨ ਨੂੰ ਸੈਂਟਰਲਾਈਜ਼ ਕਰ ਦੇਗੀ, ਲੋਕਲ ਟੀਚਰ ਦਾ ਰੋਲ ਨਹੀਂ ਉਹਦੇ 'ਚ ਰਹਿਣ ਦੇਗੀ। ਤੇ ਜੇ ਟੀਚਰ ਦਾ ਜਿਹੜਾ ਉਹ ਸਾਰੀਆਂ ਚੀਜ਼ਾਂ ਨੇ, ਇਹ ਗੱਲਾਂ ਵੀ ਇਹੋ ਜਿਹੇ ਦਿਨ ਡਿਮਾਂਡ ਕਰਦੇ ਨੇ ਕਿ ਇਹਨਾਂ ਦਿਨਾਂ 'ਤੇ ਸੈਮੀਨਾਰ ਵੀ ਹੋਣ ਬਹੁਤ ਵੱਡੇ ਪੱਧਰ ਦੇ ਉੱਤੇ, ਔਰ ਲੋਕ ਵਿਚਾਰਨ ਉਹਨਾਂ ਚੀਜ਼ਾਂ ਨੂੰ, ਤਾਂ ਕਿ ਸਮੁੱਚਤਾ 'ਚ ਐਜੂਕੇਸ਼ਨ ਤੇ ਉਹਦੇ 'ਚ ਟੀਚਰ ਦਾ ਸਨਮਾਨ, ਟੀਚਰ ਸੈਂਟਰਲ ਪਲੇਅਰ ਦੇ ਤੌਰ 'ਤੇ, ਬੱਚਾ ਨੰਬਰ 1 ਹੈ, ਸੈਕੰਡ ਟੀਚਰ ਹੈ, ਬਾਕੀ ਚੀਜ਼ਾਂ ਦੀਆਂ ਸਹੂਲਤਾਂ ਉਹਦੇ ਨਾਲ ਨਾਲ ਜੁੜੀਆਂ ਹੁੰਦੀਆਂ ਨੇ। ਜੇ ਵਿੱਦਿਆ ਨੂੰ ਅਸੀਂ ਅੱਗੇ ਲੈ ਕੇ ਜਾਣਾ, ਔਰ ਕਿੰਨਾ ਕੁ ਆਉਣ ਵਾਲੇ ਦਿਨਾਂ 'ਚ ਇਹਦੇ 'ਚ ਅਸੀਂ ਕਰ ਪਾਵਾਂਗੇ, ਉਹ ਬਾਅਦ ਦੀ ਗੱਲ ਹੈ। ਪਰ ਕਿਹਾ ਇਹੀ ਜਾਂਦਾ ਕਿ ਸਕੂਲ ਦਾ ਮਤਲਬ ਕੇਵਲ ਬਿਲਡਿੰਗ ਤੇ ਬਾਕੀ ਨਹੀਂ ਹੈ, ਉਹ ਬੱਚਾ ਸੈਂਟਰਿਕ ਐਜੂਕੇਸ਼ਨ ਹੈ, ਜਿਹੜੀ ਨੂੰ ਇੱਕ ਕਾਬਲ ਟੀਚਰਾਂ ਦੀ ਲੋੜ, ਰੈਗੂਲਰ ਟੀਚਰਾਂ ਦੀ ਲੋੜ ਰਹਿੰਦੀ ਹੈ, ਔਰ ਟੀਚਰ 'ਤੇ ਭਰੋਸਾ ਪੈਦਾ ਕਰਕੇ ਤੇ ਉਹਨੂੰ ਜਵਾਬਦੇਹ ਬਣਾ ਕੇ, ਇਹ ਦੋਨੋਂ ਗੱਲਾਂ ਨਾਲ ਨਾਲ ਚੱਲਣਗੀਆਂ, ਤਾਂ ਜਾ ਕੇ ਜਿਹੜਾ ਮੇਰੇ ਖਿਆਲ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਇੱਕ ਭਵਿੱਖ ਵੀ ਬਿਹਤਰ ਹੋ ਸਕਦਾ, ਤੇ ਨਵੀਂ ਜਨਰੇਸ਼ਨ ਨੂੰ ਇੱਕ ਚੰਗੀ ਐਜੂਕੇਸ਼ਨ ਵੀ ਮਿਲ ਸਕਦੀ ਹੈ ਜੀ।
ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।